ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ PNCN ਦੇਖ ਰਹੇ ਹੋ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦਾ ਵੈਕਸੀਨ ਪਾਸਪੋਰਟ ਦੇ ਬਾਰੇ ਬਿਆਨ ਤਾਂ ਨਾਲ ਹੀ ਉਹਨਾਂ ਨੇ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਬਾਰੇ ਕੀ ਦਿੱਤੀ ਜਾਣਕਾਰੀ, ਦੱਸਾਂਗੇ ਖਬਰਾਂ ਵਿੱਚ। ਯੂਕੌਨ ਸਰਕਾਰ ਦਾ ਐਲਾਨ, ਮਈ 25 ਤੋਂ ਬਾਅਦ ਕੋਵਿਡ-19 ਟੀਕੇ ਲੱਗੇ ਹੋਣ ਦਾ ਸਬੂਤ ਦਿਖਾਉਣ ਵਾਲੇ ਯਾਤਰੀਆਂ ਨੂੰ ਨਹੀਂ ਕਰਨਾ ਪਵੇਗਾ ਉੱਥੇ ਪਹੁੰਚ ਕੇ 14 ਦਿਨ ਦੇ ਲਈ ਕੁਆਰੰਟੀਨ। ਕੈਨੇਡਾ ਵਿੱਚ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ ਤੀਜੀ ਮੌਤ ਹੋਣ ਦਾ ਮਾਮਲਾ ਆਇਆ ਸਾਹਮਣੇ। ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਵੇਜ਼ ਤੇ ਕਿੱਥੇ ਚੈਕਿੰਗ ਕਰ ਰਹੇ ਹੋਣਗੇ ਪੁਲਿਸ ਅਧਿਕਾਰੀ, ਇਸ ਦੇ ਬਾਰੇ ਦੇਵਾਂਗੇ ਜਾਣਕਾਰੀ। ਟੋਰਾਂਟੋ ਵਿੱਚ ਨਿਰਮਾਣ ਵਾਲੀ ਥਾਂ ਦੇ ਉੱਤੇ ਹਾਦਸਾ, ਕਾਮੇ ਨੇ ਤੋੜਿਆ ਦਮ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਵੱਲੋਂ ਖਾਸ ਗੱਲਾਂ ਕਹੀਆਂ ਗਈਆਂ ਨੇ। ਇਸ ਦੌਰਾਨ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਇਹ ਵੀ ਗੱਲਬਾਤ ਕੀਤੀ ਕਿ ਇਸ ਸਮੇਂ ਪ੍ਰਵਾਸੀਆਂ ਦਾ ਜੋ ਕੈਨੇਡਾ ਦੇ ਵਿੱਚ ਆਉਣ ਦੇ ਵਾਸਤੇ ਵੱਖਰੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਨੇ, ਤਾਂ ਜੋ ਟੀਚਾ ਮਿਥਿਆ ਗਿਆ ਹੈ ਤੇ ਆਰਥਿਕਤਾ ਨੂੰ ਵੀ ਕਿੰਨੀ ਜ਼ਿਆਦਾ ਇਸ ਤਰ੍ਹਾਂ ਮਦਦ ਹੋਣ ਵਾਲੀ ਹੈ ਤੇ ਪ੍ਰਵਾਸੀਆਂ ਦਾ ਕੈਨੇਡਾ ਦੇ ਵੱਲੋਂ ਕਿਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਹੈ, ਉਸ ਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ। ਤਾਂ ਇਸ ਦੌਰਾਨ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਵੈਕਸੀਨ ਪਾਸਪੋਰਟ ਦੇ ਬਾਰੇ ਉਹ ਕੀ ਸੋਚਦੇ ਨੇ ਕਿ ਸਿਰਫ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਦੇ ਕੋਲ ਸਬੂਤ ਹੋਵੇਗਾ ਕਿ ਉਹਨਾਂ ਨੇ ਕੋਵਿਡ-19 ਦੇ ਟੀਕੇ ਲਗਵਾ ਲਏ ਨੇ ਟਰੈਵਲ ਦੇ ਵਾਸਤੇ, ਇਸ ਦੇ ਬਾਰੇ ਜੋ ਗੱਲਬਾਤ ਚੱਲ ਰਹੀ ਹੈ, ਵਿਚਾਰ ਚੱਲ ਰਹੀ ਹੈ, ਉਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਇਸ ਦੇ ਬਾਰੇ ਜਾਣਕਾਰੀ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਦਿੱਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕੈਨੇਡਾ ਭਰ ਵਿੱਚ ਟੀਕਿਆਂ ਦੀ ਆਮਦ ਇਸ ਸਮੇਂ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਜੋ ਸਪਲਾਈ ਹੈ ਉਸ ਦੇ ਉੱਤੇ ਵੀ ਕਿਵੇਂ ਕੰਮ ਕੀਤਾ ਜਾ ਰਿਹਾ ਹੈ ਤੇ ਟੀਚਾ ਮਿਥਿਆ ਗਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੈਨੇਡਾ ਵਾਸੀਆਂ ਦੇ ਜਿੰਨੀ ਛੇਤੀ ਹੋ ਸਕਦੇ ਨੇ ਕੋਵਿਡ-19 ਦੇ ਟੀਕੇ ਲੱਗ ਜਾਣ ਤੇ ਜਿਵੇਂ ਹੀ ਇਹ ਟੀਕੇ ਲੱਗ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਸ ਦੇ ਬਾਰੇ ਫੈਸਲਾ ਲਿਆ ਜਾ ਸਕਦਾ ਹੈ ਕਿ ਵੈਕਸੀਨ ਪਾਸਪੋਰਟ ਹੈ ਉਸ ਦੇ ਬਾਰੇ ਕਿਵੇਂ ਕਿਸ ਤਰ੍ਹਾਂ ਕੁਝ ਲਾਗੂ ਕੀਤਾ ਜਾ ਸਕਦਾ ਹੈ, ਫੈਸਲਾ ਲਿਆ ਜਾ ਸਕਦਾ ਹੈ। And this is work that is ongoing. My department's playing a role in that, but we're also doing it in conjunction with Health Canada. So certainly we're envisioning a post-vaccinated world, and in the grand scheme, it is a positive thought, but there's still a lot of work to be done yet. ਇਸ ਨਾਲ ਹੀ ਜੋ 90,000 ਵਿਅਕਤੀਆਂ ਨੂੰ ਪੱਕੇ ਕੀਤੇ ਜਾਣ ਦਾ ਪ੍ਰੋਗਰਾਮ ਹੈ ਉਹ ਤਾਂ ਕੱਲ ਨੂੰ ਲਾਂਚ ਹੋ ਰਿਹਾ ਹੈ, ਉਸ ਦੀ ਐਪਲੀਕੇਸ਼ਨ ਕੱਲ ਨੂੰ ਖੁੱਲ੍ਹਣੀ ਹੈ, ਪਰ ਉਸ ਤੋਂ ਪਹਿਲਾਂ ਅੱਜ ਇਸ ਦੇ ਬਾਰੇ ਅਰਜ਼ੀ ਨੂੰ ਲੈ ਕੇ, ਯੋਗਤਾ ਨੂੰ ਲੈ ਕੇ, ਫੀਸ ਨੂੰ ਲੈ ਕੇ ਜਾਣਕਾਰੀ ਹੈ ਉਹ ਜਾਰੀ ਕੀਤੀ ਗਈ, ਜਿਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੂਰੀ ਐਪਲੀਕੇਸ਼ਨ ਗਾਈਡ ਹੈ ਜੋ ਉਹ ਸਾਂਝੀ ਕੀਤੀ ਗਈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਐਪਲੀਕੇਸ਼ਨ ਗਾਈਡ ਉਹਨਾਂ ਪ੍ਰੋਗਰਾਮਸ ਨੂੰ ਲੈ ਕੇ ਜਾਰੀ ਕਰ ਦਿੱਤੀ ਹੈ ਜੋ ਕਿ 6 ਮਈ ਨੂੰ ਯਾਨੀ ਕਿ ਕੱਲ ਨੂੰ ਖੋਲੇ ਜਾ ਰਹੇ ਨੇ, ਜਿਸ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਗਾਈਡ ਜਾਰੀ ਕੀਤੀ ਗਈ ਹੈ ਉਸ ਦਾ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਰਹੇ ਹਾਂ, ਤੁਸੀਂ ਉੱਥੇ ਤੋਂ ਦੇਖ ਸਕਦੇ ਹੋ, ਜਿਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੜੇ ਕਾਮੇ ਦੇ ਵਜੋਂ ਫਾਈਲ ਲਗਾਉਣੀ ਹੈ ਤੇ ਜਿਹੜੀ ਵੀ ਚੀਜ਼ ਤੁਸੀਂ ਚੁਣਦੇ ਹੋ ਹੇਠਾਂ ਉਸ ਦੀ ਐਲੀਜੀਬਿਲਟੀ ਯਾਨੀ ਕਿ ਯੋਗਤਾ ਆ ਜਾਂਦੀ ਹੈ ਕਿ ਤੁਸੀਂ ਜੇਕਰ ਇਹ ਯੋਗਤਾ ਨੂੰ ਪੂਰੀ ਕਰਦੇ ਹੋ ਤਾਂ ਤੁਸੀਂ ਫਾਈਲ ਲਗਾ ਸਕਦੇ ਹੋ, ਜੋ ਕੱਲ ਨੂੰ ਫਾਰਮ ਖੁੱਲ੍ਹਣੇ ਨੇ। ਜਿਹੜਾ ਹਾਊ ਟੂ ਅਪਲਾਈ ਅੱਗੇ ਲਿਖਿਆ ਹੋਇਆ ਹੈ ਉੱਥੇ ਜਾ ਕੇ ਤੁਸੀਂ ਕੱਲ ਨੂੰ ਫਾਈਲ ਲਗਾਉਣੀ ਹੈ। ਇਸ ਵਿੱਚ ਜਿਹੜੀਆਂ ਮੁੱਖ ਗੱਲਾਂ ਨੇ ਉਹ ਤੁਹਾਨੂੰ ਅਸੀਂ ਦੱਸ ਦੇਵਾਂਗੇ ਕਿ ਜੇਕਰ ਤੁਸੀਂ PR ਦੇ ਵਾਸਤੇ ਇਸ ਪ੍ਰੋਗਰਾਮ ਦੇ ਵਿੱਚ ਫਾਈਲ ਲਗਾਉਣੀ ਹੈ ਤਾਂ ਤੁਸੀਂ ਇਸ ਸਮੇਂ ਕੈਨੇਡਾ ਦੇ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੋ ਤੇ ਜੇਕਰ ਤੁਸੀਂ ਜ਼ਰੂਰੀ ਕਾਮੇ ਵਜੋਂ ਫਾਈਲ ਲਗਾ ਰਹੇ ਹੋ ਤਾਂ ਪਿਛਲੇ 3 ਸਾਲ ਦੇ ਸਮੇਂ ਦੌਰਾਨ ਤੁਹਾਡੇ ਕੋਲ ਉਸ ਕੰਮ ਦੇ ਵਿੱਚ 1560 ਘੰਟੇ ਦਾ ਅਨੁਭਵ ਹੋਣਾ ਜ਼ਰੂਰੀ ਹੈ। ਇਸ ਦੌਰਾਨ ਜਦੋਂ ਤੁਸੀਂ ਫਾਈਲ ਲਗਾਉਣੀ ਹੈ ਤਾਂ ਸਾਰੇ ਡਾਕੂਮੈਂਟ ਤੁਸੀਂ ਨਾਲ ਜਮ੍ਹਾਂ ਕਰਵਾਉਣੇ ਨੇ, ਜਿਸ ਦੇ ਵਿੱਚ ਲੈਂਗੁਏਜ ਟੈਸਟ ਤੇ ਨਾਲ ਹੀ ਫੀਸ ਵੀ ਹੈ ਜੋ ਤੁਸੀਂ ਨਾਲ ਦੇਣੀ ਹੈ। ਫੀਸ ਤੁਸੀਂ ਪਹਿਲਾਂ ਵੀ ਭਰਵਾ ਸਕਦੇ ਹੋ। ਆਨਲਾਈਨ ਐਡਵਾਂਸ ਫੀਸ ਦੇਣ ਦੇ ਵਾਸਤੇ ਜੋ ਲਿੰਕ ਹੈ ਉਹ ਵੀ ਅਸੀਂ ਹੇਠਾਂ ਸਾਂਝਾ ਕਰ ਰਹੇ ਹਾਂ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤੋਂ ਤੁਸੀਂ ਫੀਸ ਭਰਨਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਾਸਤੇ ਤਾਂ ਭਰ ਸਕਦੇ ਹੋ। ਇਹ ਵੀ ਹੈ ਕਿ ਇਸ ਦੇ ਵਿੱਚ ਜਿਵੇਂ ਕਿ ਵੱਖਰੀਆਂ ਸਟਰੀਮਸ ਨੇ, ਜੇਕਰ ਤੁਸੀਂ ਇੰਟਰਨੈਸ਼ਨਲ ਗ੍ਰੈਜੂਏਟ ਵੀ ਹੋ ਤੇ ਤੁਸੀਂ ਜ਼ਰੂਰੀ ਕਾਮੇ ਵੀ ਹੋ ਤੇ ਤੁਸੀਂ ਦੋਵਾਂ ਸਟਰੀਮਸ ਦੇ ਵਿੱਚ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ ਦੋਵਾਂ ਦੇ ਵਾਸਤੇ ਤੁਹਾਨੂੰ ਵੱਖਰੀ ਫੀਸ ਭਰਨੀ ਪਵੇਗੀ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਨੇ ਵੀ ਕਿਹਾ ਹੈ ਕਿ ਜੇਕਰ ਤੁਹਾਡੇ ਤੋਂ ਜ਼ਿਆਦਾ ਫੀਸ ਭਰੀ ਜਾਂਦੀ ਹੈ ਤਾਂ IRCC ਦੇ ਵੱਲੋਂ ਜਦੋਂ ਉਸ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਤੁਹਾਨੂੰ ਆਪਣੇ ਆਪ ਰੀਫੰਡ ਆ ਜਾਵੇਗਾ। ਇਸ ਦੌਰਾਨ ਜਿਹੜਾ ਫਾਈਲ ਪਹਿਲਾਂ ਲਗਾਵੇਗਾ ਪਹਿਲੇ 90,000 ਦੇ ਵਿੱਚ ਆ ਜਾਵੇਗਾ, ਉਹਨਾਂ ਦੀਆਂ ਫਾਈਲਾਂ ਨੂੰ ਕਬੂਲਿਆ ਜਾਵੇਗਾ ਤੇ ਅੱਗੇ PR ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਜਿਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ। ਕੱਲ ਨੂੰ ਯਾਨੀ ਕਿ 6 ਮਈ ਨੂੰ ਈਸਟਰਨ ਸਟੈਂਡਰਡ ਟਾਈਮ ਮੁਤਾਬਕ ਦੁਪਹਿਰ ਦੇ 12 ਵਜੇ ਅਰਜ਼ੀਆਂ ਖੁੱਲ ਰਹੀਆਂ ਨੇ। ਇਸ ਦੇ ਬਾਰੇ ਅੱਗੇ ਜੋ ਵੀ ਅਪਡੇਟ ਆਉਂਦੀ ਹੈ ਤੁਹਾਨੂੰ ਦੱਸਾਂਗੇ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਖ ਸਕਦੇ ਹੋ ਜੋ ਲਿੰਕ ਸਾਂਝੇ ਕੀਤੇ ਗਏ ਨੇ ਜਿੱਥੇ ਪੂਰੀ ਜਾਣਕਾਰੀ ਹੈ ਇਸ ਪ੍ਰੋਗਰਾਮ ਦੇ ਬਾਰੇ।
ਤਾਂ ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਵੱਲੋਂ ਵੀ ਇਸ ਪ੍ਰੋਗਰਾਮ ਦੇ ਬਾਰੇ ਅੱਜ ਖਾਸ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਗਈ। I also acknowledge that because it's a new program, that we have a lot of legwork to do to make sure that it is communicated clearly and that there will be access to the program. And just by way of an update, that the guidelines are posted on our website. So there is a step-by-step process that lays out what are the documents that you need, how can you complete the application, and our department stands at the ready to assist those who will be making their way through the applications process, and that's something that we have become very adept at providing support for. ਤਾਂ ਉਧਰ ਯੂਕੋਨ ਦੀ ਸਰਕਾਰ ਦੇ ਵੱਲੋਂ ਖਾਸ ਐਲਾਨ ਕੀਤਾ ਗਿਆ, ਜਿੱਥੇ ਕਿ ਹੁਣ ਫੈਸਲਾ ਲਿਆ ਗਿਆ ਹੈ ਕਿ 25 ਮਈ ਤੋਂ ਤੇ ਸਿਹਤ ਸੰਬੰਧੀ ਹਦਾਇਤਾਂ ਵਿੱਚ ਢਿੱਲ ਦਿੱਤੀ ਜਾਵੇਗੀ। ਯੂਕੋਨ ਦੇ ਪ੍ਰੀਮੀਅਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉੱਥੇ ਉਹਨਾਂ ਨੂੰ ਹੁਣ 14 ਦਿਨ ਦੇ ਵਾਸਤੇ 25 ਮਈ ਤੋਂ ਬਾਅਦ ਕੁਆਰੰਟਾਈਨ ਨਹੀਂ ਕਰਨਾ ਪਵੇਗਾ, ਜਿਨ੍ਹਾਂ ਦੇ ਕੋਲ ਸਬੂਤ ਹੋਵੇਗਾ ਕਿ ਕੋਵਿਡ-19 ਦੇ ਟੀਕੇ ਉਹਨਾਂ ਦੇ ਲੱਗ ਚੁੱਕੇ ਨੇ। ਪ੍ਰੀਮੀਅਰ ਸੈਂਡੀ ਸਿਲਵਰ ਨੇ ਇਸ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਦੇ ਵੱਲੋਂ ਇਸ ਐਲਾਨ ਨੂੰ ਕਰਦੇ ਹੋਏ ਇਸ ਦੌਰਾਨ ਕਿਹਾ ਗਿਆ ਕਿ ਟੈਰੀਟਰੀ ਦੇ ਵਿੱਚ ਪਹੁੰਚਣ ਵਾਲੇ ਜਿੰਨੇ ਵੀ ਵਿਅਕਤੀ ਨੇ, ਉਹ ਜਦੋਂ ਬਾਹਰੋਂ ਟਰੈਵਲ ਕਰਕੇ ਆਉਂਦੇ ਨੇ ਤਾਂ ਉਹਨਾਂ ਨੂੰ 14 ਦਿਨ ਦੇ ਵਾਸਤੇ ਕੁਆਰੰਟਾਈਨ ਕਰਨਾ ਪੈਂਦਾ ਹੈ, ਜੋ ਕਿ ਜੇਕਰ ਉਹਨਾਂ ਦੇ ਕੋਲ ਟੀਕੇ ਲਗਵਾਉਣ ਦਾ ਸਬੂਤ ਹੋਵੇਗਾ 25 ਮਈ ਤੋਂ ਬਾਅਦ ਨਹੀਂ ਕਰਨਾ ਪਵੇਗਾ। ਸਿਰਫ ਇਹੀ ਨਹੀਂ, ਸਗੋਂ 25 ਮਈ ਤੋਂ ਬਾਅਦ ਰੈਸਟੋਰੈਂਟਸ ਦੇ ਨਾਲ ਹੀ ਬਾਰਸ ਨੂੰ ਮੁੜ ਤੋਂ ਇਜਾਜ਼ਤ ਦਿੱਤੀ ਜਾ ਰਹੀ ਹੈ ਕਿ ਉਹ ਦੁਬਾਰਾ ਤੋਂ ਖੁੱਲ੍ਹ ਸਕਦੇ ਨੇ, ਉਸੇ ਤਰ੍ਹਾਂ ਜਿਵੇਂ ਪਹਿਲਾਂ ਸਨ। ਸੋਮਵਾਰ ਤੱਕ ਯੂਕੋਨ ਦੇ ਵਿੱਚ 74% ਨਿਵਾਸੀਆਂ ਦੇ ਕੋਵਿਡ-19 ਦੇ ਟੀਕੇ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਤੇ 65% ਦੇ ਦੂਜੀ ਵੀ ਲੱਗ ਚੁੱਕੀ ਹੈ, ਜਿਸ ਦੇ ਬਾਰੇ ਯੂਕੋਨ ਦੀ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਇਸ ਸਮੇਂ ਸੂਬੇ ਦੇ ਵਿੱਚ ਕਾਫੀ ਗਿਣਤੀ ਵਿੱਚ ਲੋਕਾਂ ਦੇ ਕੋਵਿਡ-19 ਦੇ ਟੀਕੇ ਲੱਗ ਚੁੱਕੇ ਨੇ, ਜਿਸ ਤੋਂ ਬਾਅਦ ਹੀ ਅਜਿਹਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਚੀਫ ਮੈਡੀਕਲ ਆਫੀਸਰ ਡਾਕਟਰ ਬ੍ਰੈਂਡਨ ਹੈਨਲੀ ਨੇ ਇਸ ਸਮੇਂ ਜਾਣਕਾਰੀ ਦਿੱਤੀ ਕਿ ਜਿਹੜੇ ਪੋਸਟ ਟਰੈਵਲ ਰੂਲ ਨੇ, ਯਾਨੀ ਕਿ ਟਰੈਵਲ ਕਰਕੇ ਵਾਪਸ ਆਉਣ ਤੋਂ ਬਾਅਦ ਦੇ ਹਦਾਇਤਾਂ ਨੇ, ਉਹ ਜਿਹੜੇ ਯੂਕੋਨ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਤੇ ਜਿਹੜੇ ਬਾਹਰੋਂ ਸਿਰਫ ਯੂਕੋਨ ਦੇ ਵਿੱਚ ਆਉਂਦੇ ਨੇ ਕੁਝ ਸਮੇਂ ਦੇ ਵਾਸਤੇ, ਉਹਨਾਂ ਦੇ ਉੱਤੇ ਵੀ ਲਾਗੂ ਹੁੰਦੀਆਂ ਨੇ, ਚਾਹੇ ਉਹ ਕੈਨੇਡਾ ਦੇ ਵੀ ਕਿਸੇ ਹਿੱਸੇ ਦੇ ਵਿੱਚੋਂ ਟਰੈਵਲ ਕਰਕੇ ਆ ਰਹੇ ਹੋਣ। Today, I'm excited to announce that we plan to adjust travel restrictions in the coming weeks. As of May 25th, people who are fully vaccinated will no longer be required to self-isolate for 14 days upon entry to the Yukon, provided their vaccination status can be confirmed. ਕੈਨੇਡਾ ਭਰ ਵਿੱਚ ਐਸਟਰਾਜ਼ੈਨੇਕਾ ਦਾ ਟੀਕਾ ਲਗਵਾਉਣ ਦੇ ਨਾਲ ਸੰਬੰਧਿਤ ਕਈ ਹੁਣ ਤੱਕ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਦੇ ਵਿੱਚ ਬਲੱਡ ਕਲੌਟ ਬਣਨ ਦੇ ਵਿਅਕਤੀਆਂ ਦੇ ਵਿੱਚ ਮਾਮਲੇ ਸਾਹਮਣੇ ਆਏ, ਪਰ ਹੁਣ 3 ਮੌਤਾਂ ਇਸ ਮਾਮਲੇ 'ਚ ਹੋ ਚੁੱਕੀਆਂ ਨੇ। ਪਹਿਲਾਂ ਕਿਊਬੈਕ ਤੋਂ ਮਾਮਲਾ ਸਾਹਮਣੇ ਆਇਆ ਮੌਤ ਹੋਣ ਦਾ, ਐਲਬਰਟਾ ਤੋਂ ਫਿਰ ਨਿਊ ਬ੍ਰੰਸਵਿਕ ਤੋਂ। ਹੁਣ ਤੱਕ 3 ਮਾਮਲੇ ਅਜਿਹੇ ਨੇ ਜਿਸ ਦੇ ਵਿੱਚ ਵਿਅਕਤੀਆਂ ਦੇ ਐਸਟਰਾਜ਼ੈਨੇਕਾ ਦੇ ਟੀਕੇ ਲੱਗੇ, ਉਸ ਤੋਂ ਬਾਅਦ ਬਲੱਡ ਕਲੌਟ ਬਣਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਤਾਂ ਇਸ ਦੇ ਬਾਰੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਬਾਰੇ ਖਾਸ ਤੌਰ ਦੇ ਉੱਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਸਟਰਾਜ਼ੈਨੇਕਾ ਦਾ ਟੀਕਾ ਲਗਵਾਉਣ ਤੋਂ ਬਾਅਦ ਕੁਝ ਦਿਨ ਬਾਅਦ ਜੇਕਰ ਤੁਹਾਨੂੰ ਕੁਝ ਅਜਿਹੇ ਲੱਛਣ ਦਿਖਾਈ ਦਿੰਦੇ ਨੇ ਕਿ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਤੁਹਾਡੀਆਂ ਜਿਹੜੀ ਲੱਤਾਂ ਦੇ ਵਿੱਚ ਸੋਜਨ ਮਹਿਸੂਸ ਕਰ ਰਹੇ ਹੋ, ਸਿਰ ਵਿੱਚ ਕਾਫੀ ਜ਼ਿਆਦਾ ਦਰਦ ਹੋ ਰਿਹਾ ਹੋਵੇ, ਤਾਂ ਇਸ ਨੂੰ ਬਿਲਕੁਲ ਵੀ ਅਣਗੌਲਿਆ ਨਾ ਕੀਤਾ ਜਾਵੇ, ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ, ਕਿਉਂਕਿ ਇਹ ਬਲੱਡ ਕਲੌਟ ਬਣਨ ਦੇ ਲੱਛਣ ਹੋ ਸਕਦੇ ਨੇ। ਤੇ ਕੁਝ ਅਜਿਹਾ ਹੀ ਹੋਇਆ ਜਿਸ ਕਰਕੇ ਜਿਹੜੀਆਂ 3 ਮੌਤਾਂ ਨੇ ਹੁਣ ਤੱਕ ਹੋ ਚੁੱਕੀਆਂ ਨੇ ਤੇ ਕਈ ਹੋਰ ਵਿਅਕਤੀ ਅਜਿਹੇ ਨੇ ਜਿਹੜੇ ਕਿ ਹਸਪਤਾਲ ਦੇ ਵਿੱਚ ਭਰਤੀ ਨੇ, ਜਿਨ੍ਹਾਂ ਦੇ ਵਿੱਚ ਬਲੱਡ ਕਲੌਟ ਬਣਨ ਦੇ ਮਾਮਲੇ ਸਾਹਮਣੇ ਆਏ ਨੇ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ। ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਸੂਬੇ ਦੇ ਵਿੱਚ ਹੀ ਵੱਖੋ-ਵੱਖਰੇ ਖੇਤਰਾਂ ਵਿੱਚ ਸੂਬੇ ਨੂੰ ਤਕਸੀਮ ਕਰ ਦਿੱਤਾ ਗਿਆ ਕਿ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਟਰੈਵਲ ਨਹੀਂ ਕੀਤਾ ਜਾ ਸਕਦਾ ਫਿਲਹਾਲ। ਤਾਂ ਇਸ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾਵੇਗੀ ਤੇ ਪੁਲਿਸ ਅਧਿਕਾਰੀਆਂ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਆਖਿਰ ਕਿੱਥੇ-ਕਿੱਥੇ ਚੈੱਕ ਪੁਆਇੰਟ ਹੋਣਗੇ ਜਿੱਥੇ ਕਿ ਉਹਨਾਂ ਦੇ ਵੱਲੋਂ ਡਰਾਈਵਰਸ ਨੂੰ ਸਵਾਲ ਪੁੱਛੇ ਜਾ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ RCMP ਨੇ ਜਾਣਕਾਰੀ ਦੇ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਸੂਬੇ ਦੇ ਵਿੱਚ ਜਿਵੇਂ ਇਸ ਸਮੇਂ ਟਰੈਵਲ ਨੂੰ ਲੈ ਕੇ ਜੋ ਰੋਕ ਲੱਗੀ ਹੋਈ ਹੈ ਉਸ ਦੇ ਆਧਾਰ ਦੇ ਉੱਤੇ ਜੋ ਚੈਕਿੰਗ ਪੁਆਇੰਟ ਰੱਖੇ ਜਾ ਰਹੇ ਨੇ, ਜਿੱਥੇ ਕਿ ਡਰਾਈਵਰਸ ਨੂੰ ਰੋਕ ਪੁੱਛਿਆ ਜਾਵੇਗਾ ਕਿ ਉਹ ਦੂਜੇ ਖੇਤਰ ਦੇ ਵਿੱਚ ਕਿਉਂ ਜਾ ਰਹੇ ਨੇ। ਤਾਂ ਇਸ ਨਾਲ ਸੰਬੰਧਿਤ ਜਿੱਥੇ-ਜਿੱਥੇ ਅਧਿਕਾਰੀ ਮੌਜੂਦ ਹੋਣਗੇ 4 ਥਾਵਾਂ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਕਿਹਾ ਕਿ ਹਾਈਵੇ 1 ਦੇ ਉੱਤੇ ਬੋਸਟਨ ਬਾਰ ਖੇਤਰ ਦੇ ਵਿੱਚ ਉਹ ਮੌਜੂਦ ਹੋਣਗੇ, ਹਾਈਵੇ 3 ਦੇ ਉੱਤੇ ਮੈਨਿੰਗ ਪਾਰਕ ਖੇਤਰ ਵਿੱਚ ਉਹ ਮੌਜੂਦ ਹੋਣਗੇ, ਹਾਈਵੇ 5 ਦੇ ਉੱਤੇ ਓਲਡ ਟੋਲ ਬੂਥ ਦੇ ਨੇੜੇ ਉਹ ਮੌਜੂਦ ਹੋਣਗੇ ਤੇ ਹਾਈਵੇ 99 ਦੇ ਉੱਤੇ ਲੀਲਵੇਟ ਖੇਤਰ ਦੇ ਵਿੱਚ ਉਹ ਮੌਜੂਦ ਹੋਣਗੇ। ਇਸ ਦੌਰਾਨ ਜਿਹੜੇ ਵੀ ਵਾਹਨ ਇਨ੍ਹਾਂ ਹਾਈਵੇਜ਼ ਦੇ ਉੱਤੇ ਜਾ ਰਹੇ ਹੋਣਗੇ ਉਹਨਾਂ ਦੇ ਵਾਸਤੇ ਸਾਈਨ ਬੋਰਡ ਵੀ ਲਗਾਏ ਜਾਣਗੇ, ਜਿਨ੍ਹਾਂ ਦੇ ਉੱਤੇ ਲਿਖਿਆ ਹੋਵੇਗਾ ਕਿ ਅੱਗੇ ਰੋਡ ਚੈੱਕ ਹੈ,
ਜਿੱਥੇ ਕਿ ਉਹਨਾਂ ਨੂੰ ਰੁਕਣਾ ਪੈ ਸਕਦਾ ਹੈ। ਜਦੋਂ ਇਹ ਚੈਕਿੰਗ ਕੀਤੀ ਜਾਵੇਗੀ ਤਾਂ ਪੁਲਿਸ ਅਧਿਕਾਰੀ ਇਸ ਮੌਕੇ ਡਰਾਈਵਰ ਤੋਂ ਉਸ ਦਾ ਪਛਾਣ ਪੱਤਰ ਮੰਗ ਸਕਦੇ ਨੇ। ਡਰਾਈਵਰ ਲਾਇਸੈਂਸ ਤੋਂ ਬਿਨਾਂ ਹੋਰ ਕੋਈ ਆਈਡੀ ਵੀ ਮੰਗੀ ਜਾ ਸਕਦੀ ਹੈ ਤੇ ਨਾਲ ਹੀ ਜੇਕਰ ਉਹਨਾਂ ਨੂੰ ਲੱਗਿਆ ਕਿ ਉਹ ਐਮਰਜੈਂਸੀ ਪ੍ਰੋਗਰਾਮ ਐਕਟ ਦੀ ਉਲੰਘਣਾ ਕਰ ਰਹੇ ਨੇ ਤਾਂ ਇਸ ਮੌਕੇ ਟਿਕਟ ਵੀ ਦਿੱਤੀ ਜਾ ਸਕਦੀ ਹੈ। ਅਗਲੀ ਖਬਰ ਟੋਰਾਂਟੋ ਤੋਂ ਹੈ। ਟੋਰਾਂਟੋ ਦੇ ਵਿੱਚ ਇੱਕ ਨਿਰਮਾਣ ਵਾਲੀ ਥਾਂ ਜਿੱਥੇ ਕੰਮ ਚੱਲ ਰਿਹਾ ਸੀ ਉੱਥੇ ਇੱਕ ਗੰਭੀਰ ਹਾਦਸਾ ਵਾਪਰ ਗਿਆ ਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ। ਟੋਰਾਂਟੋ ਵਿੱਚ ਇੱਕ ਨਿਰਮਾਣ ਵਾਲੀ ਥਾਂ ਦੇ ਉੱਤੇ ਹਾਦਸਾ ਵਾਪਰਨ ਤੋਂ ਬਾਅਦ ਇੱਕ ਕਾਮੇ ਦੀ ਜਾਨ ਚਲੀ ਗਈ ਹੈ। ਬੁੱਧਵਾਰ ਨੂੰ ਇਹ ਵਾਪਰਿਆ, ਜਿਸ ਦੇ ਬਾਰੇ ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਕਿਹਾ ਕਿ ਦੁਪਹਿਰ ਨੂੰ 3:30 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਐਡਲੇਡ ਸਟਰੀਟ ਈਸਟ ਤੇ ਪਾਵਰ ਸਟਰੀਟ ਇੰਟਰਸੈਕਸ਼ਨ ਦੇ ਨੇੜੇ ਜੋ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਉੱਥੇ ਇੱਕ ਕਾਮਾ ਕੰਮ ਕਰ ਰਿਹਾ ਸੀ ਤਾਂ ਉਸ ਦੌਰਾਨ ਸੀਮੈਂਟ ਦੀ ਬਾਲਟੀ ਦੇ ਨਾਲ ਉਸ ਨਾਲ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਗੰਭੀਰ ਸੀ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਉਸਨੇ ਉੱਥੇ ਦਮ ਤੋੜ ਦਿੱਤਾ। ਇਸ ਦੇ ਬਾਰੇ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਓਨਟਾਰੀਓ ਮਿਨਿਸਟਰੀ ਆਫ ਲੇਬਰ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਜਿਨ੍ਹਾਂ ਦੇ ਵੱਲੋਂ ਇਸ ਉੱਤੇ ਜਾਂਚ ਕੀਤੀ ਜਾਵੇਗੀ ਤੇ ਨਾਲ ਹੀ ਸੀਸੀਟੀਵੀ ਫੁਟੇਜ ਤੇ ਨਾਲ ਉੱਥੇ ਹੋਰ ਮੌਜੂਦ ਸਬੂਤ ਨੇ ਜੋ ਉਹ ਦੇਖੇ ਜਾ ਰਹੇ ਨੇ ਤੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਤਾਂ ਉਧਰ ਮਿਨਿਸਟਰੀ ਆਫ ਲੇਬਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੰਮ ਵਾਲੀ ਥਾਂ ਦੇ ਉੱਤੇ ਜਾਨਲੇਵਾ ਹਾਦਸਾ ਵਾਪਰਨ ਤੋਂ ਬਾਅਦ ਜਾਂਚ ਇਸ ਦੇ ਉੱਤੇ ਖੋਲ ਦਿੱਤੀ ਗਈ ਹੈ। ਜਿੱਥੇ ਇਹ ਕੰਮ ਚੱਲ ਰਿਹਾ ਸੀ ਉੱਥੇ ਗ੍ਰੇਟ ਗਲਫ ਟੱਕਰ ਹਾਈ ਰਾਈਜ਼ ਦੇ ਵੱਲੋਂ ਇਹ ਕੰਮ ਚਲਾਇਆ ਜਾ ਰਿਹਾ ਸੀ, ਜਿਨ੍ਹਾਂ ਨੇ ਕਾਮੇ ਦੀ ਜਾਨ ਚਲੇ ਜਾਣ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਗਲੀ ਖਬਰ ਹੈ ਕਿ ਸਰੀ ਦੇ ਵਿੱਚ ਗੋਲੀਆਂ ਚੱਲਣ ਦਾ ਕੱਲ ਰਾਤ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਆਈ ਹਿੱਟ ਨੇ ਅੱਜ ਸਵੇਰੇ ਪੁਸ਼ਟੀ ਕਰ ਦਿੱਤੀ ਕਿ ਗੋਲੀਆਂ ਲੱਗਣ ਦੇ ਕਰਕੇ ਇੱਕ 20 ਸਾਲਾ ਲੜਕੀ ਦੀ ਜਾਨ ਚਲੀ ਗਈ ਹੈ। ਹੁਣ ਸਰੀ ਵਿੱਚ ਗੋਲੀਆਂ ਚੱਲੀਆਂ ਨੇ। ਇਸ ਦੇ ਬਾਰੇ ਸਰੀ ਆਰਸੀਐਮਪੀ ਨੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਕਿਹਾ ਮੰਗਲਵਾਰ ਦੀ ਰਾਤ ਨੂੰ ਗੋਲੀਆਂ ਚੱਲਣ ਦੇ ਕਰਕੇ ਇੱਕ ਲੜਕੀ ਦੀ ਜਾਨ ਚਲੀ ਗਈ ਹੈ, ਜਿਸ ਦੌਰਾਨ ਰਾਤ ਨੂੰ 9 ਵਜੇ ਦੇ ਕਰੀਬ ਦਾ ਸਮਾਂ ਸੀ। 96 ਐਵੇਨਿਊ 161 ਏ ਸਟਰੀਟ ਦੇ ਨੇੜੇ ਗੋਲੀਆਂ ਚੱਲੀਆਂ, ਜਿਸ ਦੇ ਬਾਰੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਪੁਸ਼ਟੀ ਕੀਤੀ ਹੈ ਕਿ 20 ਸਾਲ ਦੇ ਕਰੀਬ ਜਿਸ ਔਰਤ ਦੇ ਗੋਲੀਆਂ ਲੱਗੀਆਂ ਉਸ ਦੀ ਮੌਤ ਹੋ ਗਈ ਹੈ। ਇਸ ਮਾਮਲੇ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੋ ਸ਼ੱਕੀ ਵਿਅਕਤੀ ਹੈ ਉਸ ਦੀ 20 ਸਾਲ ਦੇ ਕਰੀਬ ਉਮਰ ਹੈ, ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਹੋ ਸਕਦੀਆਂ ਨੇ ਤੇ ਉਸ ਨੂੰ ਪੁਲਿਸ ਪਹਿਲਾਂ ਤੋਂ ਵੀ ਜਾਣਦੀ ਹੈ, ਪਰ ਜਿਹੜੀ 20 ਸਾਲ ਔਰਤ ਦੀ ਜਾਨ ਗਈ ਹੈ ਉਸ ਨੂੰ ਪੁਲਿਸ ਨਹੀਂ ਸੀ ਜਾਣਦੀ। ਇਸ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ। ਇਸ ਦੇ ਉੱਤੇ ਆਈ ਹਿੱਟ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਇਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੱਕੀ ਵਿਅਕਤੀ ਜਿਸ ਨੂੰ ਉਹਨਾਂ ਨੇ ਹਿਰਾਸਤ ਵਿੱਚ ਲਿਆ ਉਸ ਤੇ ਗੈਂਗਵਾਰ ਨਾਲ ਵੀ ਸਬੰਧ ਸਨ। ਪਰ ਇਸ ਦੌਰਾਨ ਇਹ ਉਹਨਾਂ ਨੇ ਕਿਹਾ ਕਿ ਜੋ ਇਹ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਵਿੱਚ ਇਸ ਮਾਮਲੇ ਦਾ ਸਬੰਧ ਗੈਂਗਵਾਰ ਨਾਲ ਨਹੀਂ ਜਾਪਦਾ। ਬਾਕੀ ਉਹ ਜਾਂਚ ਤੋਂ ਬਾਅਦ ਹੀ ਇਸ ਦੇ ਬਾਰੇ ਪੂਰੀ ਜਾਣਕਾਰੀ ਦੇ ਸਕਦੇ ਨੇ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਮੈਟਰੋ ਵੈਨਕੂਵਰ ਦੇ ਅੰਦਰ ਇਹ 5ਵਾਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰੀ ਵਿੱਚ 19 ਸਾਲਾ ਨੌਜਵਾਨ ਦੀ ਸ਼ੁੱਕਰਵਾਰ ਦੁਪਹਿਰ ਨੂੰ ਗੋਲੀਆਂ ਚੱਲਣ ਦੇ ਕਰਕੇ ਜਾਨ ਚਲੀ ਗਈ ਸੀ। ਤਾਂ ਉਸ ਤੋਂ ਬਾਅਦ ਸ਼ਨੀਵਾਰ ਨੂੰ ਡੈਲਟਾ ਦੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਪੁਲਿਸ ਅਧਿਕਾਰੀ ਦੇ ਵੀ ਗੋਲੀਆਂ ਮਾਰੀਆਂ ਗਈਆਂ ਤੇ ਉਸ ਦੀ ਵੀ ਜਾਨ ਚਲੀ ਗਈ। ਅਗਲੀ ਖਬਰ ਹੈ ਕਿ ਹੁਣ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਵਿਅਕਤੀਆਂ ਦੇ ਵੱਲੋਂ ਕੋਵਿਡ-19 ਦੀ ਜਾਲੀ ਰਿਪੋਰਟ ਲੈ ਕੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਟੋਰਾਂਟੋ ਤੋਂ ਇੱਕ 33 ਸਾਲਾ ਵਿਅਕਤੀ ਦੇ ਉੱਤੇ ਮਾਮਲੇ ਦਰਜ ਹੋਏ ਨੇ। ਪੀਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਇੱਕ ਵਿਅਕਤੀ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। ਦਰਅਸਲ ਉਸਨੇ ਕੋਵਿਡ-19 ਦੇ ਰਿਪੋਰਟ ਹੈ ਜੋ ਉਹ ਜਾਲੀ ਉੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਉੱਥੇ ਕਾਬੂ ਕਰ ਲਿਆ ਗਿਆ। ਐਤਵਾਰ 1 ਮਈ ਦਾ ਦਿਨ ਸੀ ਜਦੋਂ ਸਵੇਰੇ 2:30 ਵਜੇ ਦੇ ਕਰੀਬ ਅਧਿਕਾਰੀਆਂ ਨੇ ਕੁਆਰੰਟਾਈਨ ਆਫੀਸਰ ਨੇ ਜੋ ਉਹਨਾਂ ਨੇ ਸਿਹਤ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕੋਵਿਡ-19 ਦਾ ਇੱਕ ਡਾਕੂਮੈਂਟ ਜ਼ਬਤ ਕੀਤਾ ਹੈ ਜੋ ਕਿ ਉਹਨਾਂ ਨੂੰ ਜਾਲੀ ਜਾਪ ਰਿਹਾ ਹੈ। ਜਿਸ ਤੋਂ ਬਾਅਦ ਉਸ ਡਾਕੂਮੈਂਟ ਨੂੰ ਜਦੋਂ ਅਧਿਕਾਰੀਆਂ ਨੇ ਦੇਖਿਆ ਤਾਂ ਇਸ ਦੀ ਪੁਸ਼ਟੀ ਕੀਤੀ ਗਈ ਕਿ ਉਹ ਜਾਲੀ ਹੀ ਸੀ, ਜਿਸ ਤੋਂ ਬਾਅਦ ਟੋਰਾਂਟੋ ਦਾ ਰਹਿਣ ਵਾਲੇ 33 ਸਾਲਾ ਵਿਅਕਤੀ ਦੇ ਉੱਤੇ ਮਾਮਲਾ ਦਰਜ ਹੋਇਆ ਹੈ, ਜਿਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਓਨਟਾਰੀਓ ਕੋਰਟ ਆਫ ਜਸਟਿਸ ਜੋ ਕਿ ਬਰੈਂਪਟਨ ਦੇ ਵਿੱਚ ਹੈ ਉੱਥੇ ਪੇਸ਼ ਹੋਵੇਗਾ, ਜਿਸ ਨੂੰ ਕਿ ਫਿਲਹਾਲ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਛੱਡ ਵੀ ਦਿੱਤਾ ਗਿਆ। ਪਰ ਇਸ ਦੌਰਾਨ ਜਿਹੜੇ ਸਿਹਤ ਅਧਿਕਾਰੀ ਨੇ ਉਹ ਉਸ ਦੇ ਨਾਲ ਸੰਪਰਕ ਵਿੱਚ ਰਹਿਣਗੇ, ਅਜਿਹੀ ਵੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਜੇਕਰ ਇਸ ਬਾਰੇ ਕਿਸੇ ਨੇ ਕੋਈ ਜਾਣਕਾਰੀ ਦੇਣੀ ਹੋਵੇ ਤਾਂ 에ਅਰਪੋਰਟ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤੇ ਜੇਕਰ ਕਿਸੇ ਨੇ ਆਪਣੀ ਪਛਾਣ ਨਾ ਦੱਸਦੇ ਹੋਏ ਜਾਣਕਾਰੀ ਦੇਣੀ ਹੋਵੇ ਤਾਂ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।